ਅਸੀਂ ਅੱਜ ਗੱਲ ਕਰਾਂਗੇ ਸਮਾਜਿਕ ਵਿਗਿਆਨੀ ਪ੍ਰੋਫੈਸਰ ਜਿਹੜੇ ਕਿ ਪੀਏਯੂ ਦੇ ਵਿੱਚੋਂ ਰਿਟਾਇਰ ਹੋਏ ਨੇ, ਉਹਨਾਂ ਨਾਲ ਗੱਲ ਕਰਾਂਗੇ। ਵਿਸ਼ਾ ਸਾਡਾ ਜਿਹੜਾ ਰਹੇਗਾ ਯੂਕਰੇਨ ਅਤੇ ਰੂਸ ਦੇ ਵਿੱਚ ਜਿਹੜੀ ਜੰਗਬੰਦੀ ਹੈ ਇਹਦੇ ਨਾਲ ਸਮਾਜ 'ਤੇ ਕੀ ਅਸਰ ਪੈ ਸਕਦਾ, ਕਿਸ ਤਰ੍ਹਾਂ ਦਾ ਸਾਡੇ ਸਮਾਜ 'ਤੇ ਪੂਰੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਅਸਰ ਦੇਖਣ ਨੂੰ ਮਿਲ ਸਕਦੇ ਨੇ, ਗੱਲ ਕਰਾਂਗੇ ਇਹ ਪ੍ਰੋਫੈਸਰ ਸੁਖਦੇਵ ਸਿੰਘ ਜੀ ਉਹਨਾਂ ਨਾਲ। ਸਰ, ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੇ ਅਸਰ ਦੇਖਣ ਨੂੰ ਮਿਲ ਸਕਦੇ? ਤਰਸੇਮ ਜੀ, ਜੰਗ ਤਾਂ ਸਿਆਣੇ ਕਹਿੰਦੇ ਨੇ ਕਦੀ ਵੀ ਚੰਗਾ ਨਹੀਂ ਹੁੰਦਾ, ਭਾਵੇਂ ਪੁਰਾਣੇ ਇਤਿਹਾਸ ਸੀ ਜਾਂ ਹੁਣ ਹੈ। ਜੰਗ ਦੇ ਨਤੀਜੇ ਕਦੀ ਵੀ ਸਮਾਜ ਲਈ ਚੰਗੇ ਨਹੀਂ ਹੁੰਦੇ, ਕਿਸੇ ਸਮਾਜ ਲਈ ਵੀ ਚੰਗੇ ਨਹੀਂ ਹੁੰਦੇ। ਅਤੇ ਜੰਗ ਅੱਜ ਕੱਲ੍ਹ ਦਾ ਜਿਵੇਂ ਗਲੋਬਲ ਸੰਸਾਰ ਬਣ ਗਿਆ ਹੈ, ਅਤੇ ਕਿਤੇ ਵੀ ਜੰਗ ਹੁੰਦੀ ਹੈ ਤਾਂ ਉਹਦਾ ਅਸਰ ਸਾਰੇ ਸਮਾਜਾਂ ਦੇ ਉੱਪਰ ਪੈਂਦਾ ਹੈ। ਅਫਰੀਕਾ ਤੋਂ ਲੈ ਕੇ ਅਮਰੀਕਾ ਤੱਕ, ਅਮਰੀਕਾ ਤੋਂ ਲੈ ਕੇ ਏਸ਼ੀਆ ਤੱਕ, ਸਾਰੇ ਸਮਾਜਾਂ ਦੇ ਉੱਪਰ ਅਸਰ ਪਏਗਾ। ਜੇ ਅਸੀਂ ਆਪਣੇ ਸਮਾਜ ਤੱਕ ਦੇਖੀਏ ਤਾਂ ਸਾਡੇ ਸਮਾਜ ਦੇ ਉੱਪਰ ਵੀ ਇਸ ਦਾ ਅਸਰ ਡੈਫੀਨੇਟਲੀ ਪਏਗਾ, ਸਾਰੇ ਸਮਾਜਾਂ ਦੇ ਉੱਪਰ ਪਏਗਾ। ਅਤੇ ਖਾਸ ਕਰਕੇ ਜਿਹੜੇ ਛੋਟੇ ਤਬਕੇ ਨੇ, ਗਰੀਬ ਤਬਕੇ ਨੇ, ਉਹਨਾਂ ਉੱਤੇ ਜ਼ਿਆਦਾ ਅਸਰ ਪਊਗਾ। ਪਹਿਲੀ ਤਾਂ ਗੱਲ, ਜੰਗ ਦੇ ਨਾਮ 'ਤੇ ਆਪਾਂ ਜੇ ਥੋੜ੍ਹਾ ਜਿਹਾ ਇਤਿਹਾਸ ਦੇਖੀਏ ਤਾਂ ਰਸ਼ੀਆ ਨੇ ਪਹਿਲਾਂ ਹੀ ਬਹੁਤ ਵੱਡੀਆਂ ਵੱਡੀਆਂ ਜੰਗ ਦੇਖੀਆਂ ਹੋਈਆਂ ਨੇ। ਤੁਸੀਂ ਨਾਮ ਸੁਣਿਆ ਹੋਣਾ ਸ਼ੋਲੋਖੋਫ, ਜਿਨ੍ਹਾਂ ਨੇ ਲਿਖਿਆ, ਨਾਵਲ ਲਿਖਿਆ ਅਤੇ ਡੌਨ ਵਹਿੰਦਾ ਰਿਹਾ, ਕੁਆਈਟ ਫਲੋ ਦਾ ਡੌਨ, ਅਤੇ ਲੀਓ ਟੋਲਸਟਾਏ ਜਿਹੜਾ ਵਰਲਡ ਲੈਵਲ 'ਤੇ ਮਸ਼ਹੂਰ ਵਾਰ ਐਂਡ ਪੀਸ ਨਾਵਲ ਸੀ, ਉਹਦੇ 'ਚ ਉਹਨਾਂ ਨੇ ਮਤਲਬ ਜੰਗ ਜਾਂ ਵਾਰ ਜਾਂ ਜਿਹੜੇ ਆਪਣੀ ਲੱਗਣੀ ਇਹਦਾ ਮਤਲਬ ਕਿ ਬੜਾ ਸੰਤਾਪੀ ਜਿਹੜਾ ਇੱਕ ਮਤਲਬ ਲਿਟਰੇਚਰ ਬਣਾਇਆ, ਅਤੇ ਉਹਨੇ ਕਿਤਾਬਾਂ ਬੜੀਆਂ ਵਰਲਡ ਲੈਵਲ 'ਤੇ ਪਾਪੂਲਰ ਹੋਈਆਂ। ਉਹ ਪੜ੍ਹ ਕੇ ਬੰਦੇ ਦਾ ਦਿਲ ਹਿੱਲ ਜਾਂਦਾ ਕਿ ਇਸ ਮਤਲਬ ਜੰਗ ਜਾਂ ਜਿਹੜੀਆਂ ਜੰਗ ਲੱਗਦੀ ਹੈ ਜਾਂ ਇਹ ਹੁੰਦਾ ਹੈ, ਇਹ ਤਣਾਅਪੂਰਨ ਹਾਲਾਤਾਂ ਵਿੱਚੋਂ ਕਿੰਨਾ ਨੁਕਸਾਨ ਹੁੰਦਾ ਸਮਾਜ ਦਾ, ਸਾਰੇ ਮਾਨਵਤਾ ਦਾ, ਸਾਰੀਆਂ ਆਉਣ ਵਾਲੀਆਂ ਜਨਰੇਸ਼ਨਾਂ ਦਾ। ਅਤੇ ਆਪਾਂ ਉਸ ਗੱਲ 'ਤੇ ਆਈਏ ਵਿਸ਼ੇ 'ਤੇ, ਯੂਕਰੇਨ ਜਿਹੜਾ ਹੈ ਇਹ ਰਸ਼ੀਆ ਦਾ ਪਹਿਲਾਂ ਪਾਰਟ ਹੀ ਰਿਹਾ ਜੀ। ਮਤਲਬ ਹੈ ਥੋੜ੍ਹੀ ਜਿਹੀ ਜਟਲ ਸਥਿਤੀ ਸਮਝਣ ਵਾਸਤੇ ਕਿ ਰਸ਼ੀਆ ਦਾ ਪਾਰਟ ਰਿਹਾ। 1991 ਤੋਂ ਬਾਅਦ ਇਹ ਅਲੱਗ ਹੋਏ ਨੇ, ਜਦੋਂ ਰਸ਼ੀਆ ਟੁੱਟਿਆ ਕਈ ਕੰਟਰੀ ਵਿੱਚੋਂ ਬਾਹਰ ਹੋਏ। ਪਹਿਲਾਂ ਇੱਕ ਉੱਥੇ ਕ੍ਰੀਮੀਆ ਦੇਸ਼ ਹੈ, ਕ੍ਰੀਮੀਆ ਨੇ ਤਾਂ ਉਹਦੇ 'ਚ ਕਹਿੰਦੇ ਕਿ ਰੂਸੀ ਭਾਸ਼ਾ ਦੇ ਵੱਧ ਲੋਕ ਬੋਲਦੇ ਨੇ ਉੱਥੇ, ਉਸ ਕਰਕੇ ਕ੍ਰੀਮੀਆ ਨੇ ਸ਼ਾਇਦ ਉਹਦੀ ਆਪਣੀ ਰੈਫਰੈਂਡਮ ਦੇ ਵਿੱਚ ਇਹ ਕਹਿ ਦਿੱਤਾ ਕਿ ਅਸੀਂ ਰੂਸ ਨਾਲ ਜਾਣਾ ਚਾਹੁੰਦੇ ਹਾਂ। ਇੱਕ ਉੱਥੇ ਹੋਰ ਏਰੀਆ ਲੁਹਾਂਸਕ ਅਤੇ ਡੋਨੇਸਕ, ਉਹ ਕਹਿੰਦੇ ਨੇ ਵੀ ਉਹ ਵੀ ਕੁਛ ਜਿਹੜੀ ਭਾਸ਼ਾ ਹੈ ਉਹ ਰਸ਼ੀਆ ਬੋਲਦੇ ਨੇ, ਰਸ਼ੀਅਨ, ਅਤੇ ਕੁਛ ਭਾਸ਼ਾ ਜਿਹੜੀ ਲੋਕਲ ਉਹਨਾਂ ਦੀ ਹੈਗੀਆਂ ਨੇ। ਸੋ ਜਿਹੜਾ ਰੂਸ ਹੈ ਉਹ ਕਲੇਮ ਕਰਦਾ ਹੈ ਕਿ ਇਹ ਸਾਡੇ ਹਿੱਸੇ ਨੇ, ਜਿਹੜੇ ਮਤਲਬ ਕਿ ਕ੍ਰੀਮੀਆ ਹੋਇਆ, ਲੁਹਾਂਸਕ ਹੋਇਆ, ਇਹਨਾਂ ਦੇ ਉੱਪਰ ਉਸ ਨੂੰ ਪਿਛਲੇ 2 ਦਿਨਾਂ ਤੋਂ ਉਸਨੇ ਰਿਕੋਗਨੀਸ਼ਨ ਵੀ ਦੇ ਦਿੱਤੀ ਵਰਲਡ ਲੈਵਲ 'ਤੇ, ਜਿਹਦਾ ਬੜਾ ਭਾਰੀ ਰਿਐਕਸ਼ਨ ਹੋ ਰਿਹਾ ਸਾਰੇ ਸਮਾਜ ਦੇ ਵਿੱਚ। ਸਾਰੇ UN ਜਨਰਲ ਸੈਕਟਰੀ ਨੇ ਵੀ ਕਹਿ ਦਿੱਤਾ ਕਿ ਰਸ਼ੀਆ ਜਿਹੜਾ ਹੈ ਇਹ ਥੋੜ੍ਹਾ ਜਿਹਾ ਰਸਟ੍ਰੇਨ ਰੱਖੇ, ਥੋੜ੍ਹੀ ਜਿਹੀ ਸੰਜੀਦਗੀ ਰੱਖੇ, ਕਿ ਇਹ ਇੱਕ ਨਾ ਮਤਲਬ ਧੱਕੇ ਵਾਲਾ ਕੰਮ ਹੋਵੇ ਅਤੇ ਤੁਸੀਂ ਨਾ ਉਸ ਨੂੰ, ਹਾਲਾਂਕਿ ਕਿਸੇ ਹੋਰ ਕੰਟਰੀ ਨੇ ਨਹੀਂ ਰਿਕੋਗਨਾਈਜ਼ ਕੀਤਾ, ਬਟ ਚਾਈਨਾ ਨੇ ਉਹ ਜਿਹੜੇ ਵੱਖਵਾਦੀ ਇਲਾਕੇ ਸੀ, ਜਿਹੜੇ ਲੋਕ ਰਸ਼ੀਆ ਦੇ ਯੂਕਰੇਨ ਦੇ ਵਿੱਚ ਸੀ, ਉਹ ਉਹਨਾਂ ਨੂੰ ਅਲੱਗ ਇੱਕ ਦੇਸ਼ ਵਜੋਂ ਮਾਨਤਾ ਦੇ ਰਹੇ ਨੇ। ਅਤੇ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਇਹ ਹਾਲਾਤ ਬਣ ਚੁੱਕੇ ਨੇ ਕਿ ਲੜਾਈ ਲੱਗਣ ਦੇ ਚਾਂਸ ਜ਼ਿਆਦਾ ਵੱਧ ਰਹੇ ਨੇ, ਕਿ ਯੂਕਰੇਨ ਦੀਆਂ ਫੌਜਾਂ ਵੀ ਇਕੱਠੀਆਂ ਹੋ ਰਹੀਆਂ ਨੇ ਰਸ਼ੀਆ ਵੱਲ, ਅਤੇ ਰਸ਼ੀਆ ਦੀਆਂ ਫੋਰਸਾਂ ਵੀ ਉੱਧਰ ਬਹੁਤ ਆ ਗਈਆਂ ਨੇ। ਅਤੇ ਸਾਰੇ ਵਰਲਡ ਦੇ ਵਿੱਚ ਅਮਰੀਕਨ ਪ੍ਰੈਜ਼ੀਡੈਂਟ ਤੋਂ ਲੈ ਕੇ ਚਾਈਨੀ ਪ੍ਰੈਜ਼ੀਡੈਂਟ, ਸਾਡੇ ਲੋਕ ਜਾਂ ਹੋਰ ਵੀ ਲੋਕ, ਸਾਰੇ ਯੂਰਪੀ ਲੋਕ, ਉਹਨਾਂ ਦੇ ਲੀਡਰ ਇਸ ਗੱਲ ਤੋਂ ਚਿੰਤਤ ਨੇ ਕਿ ਜੇ ਇਹ ਜੰਗ ਲੱਗ ਗਈ ਤਾਂ ਇਹਦੇ ਨਤੀਜੇ ਬੜੇ ਭਿਅੰਕਰ ਹੋ ਸਕਦੇ ਨੇ। ਤੁਸੀਂ ਤਰਸੇਮ ਜੀ, ਤੁਹਾਨੂੰ ਪਤਾ ਅੱਜ ਕੱਲ੍ਹ ਦੇ ਜਿਹੜੇ ਹਥਿਆਰ ਨੇ, ਨਿਊਕਲੀਅਰ ਹਥਿਆਰ ਬਣ ਗਏ। ਹਥਿਆਰ ਸਿਆਣੇ ਕਹਿੰਦੇ ਨੇ ਜਾਂ ਵਿਗਿਆਨੀ ਕਹਿੰਦੇ ਨੇ, ਜਿੰਨੇ ਹਥਿਆਰ ਬਣੇ ਪਏ ਨੇ ਸਾਡੇ ਕੋਲ ਨਿਊਕਲੀਅਰ ਜਾਂ ਇਸ ਤੋਂ ਵੱਧ ਹਾਈਡਰੋਜਨ ਬੰਬ ਬਣੇ ਪਏ ਨੇ, ਜੇ ਉਹ ਚੱਲ ਜਾਣ ਤਾਂ ਸਾਡਾ ਸਾਰਾ ਸਮਾਜ, ਸਾਰਾ ਵਰਲਡ ਤਬਾਹ ਹੋ ਸਕਦਾ। ਅਤੇ ਇਹ ਜਦੋਂ ਗੁੱਸੇ 'ਚ ਆ ਜਾਂਦਾ ਬੰਦਾ, ਕੋਈ ਲੜਾਈ ਹੋ ਜਾਂਦੀ ਹੈ ਜਾਂ ਜੰਗ ਵਾਰ ਸ਼ੁਰੂ ਹੋ ਜਾਂਦੀ ਹੈ, ਤਾਂ ਫਿਰ ਉਹ ਕਈ ਵਾਰ ਕਹਿ ਦਿੰਦੇ ਨੇ ਹਾਸੇ ਭਾਣੇ ਕਿ ਐਵਰੀਥਿੰਗ ਇਜ਼ ਪੋਸੀਬਲ ਇਨ ਵਾਰ ਐਂਡ ਲਵ। ਅਤੇ ਜੇ ਉਹ ਇੱਕੋ ਦਮ ਇੰਨੇ ਖਤਰਨਾਕ ਹਥਿਆਰ ਚੱਲ ਗਏ ਤਾਂ ਮਾਨਵਤਾ ਦਾ ਕਿੰਨਾ ਨੁਕਸਾਨ ਹੋ ਸਕਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਅਸੀਂ ਤਾਂ ਪਹਿਲਾਂ ਦੁਆ ਕਰਦੇ ਹਾਂ ਕਿ ਰਸ਼ੀਆ ਅਤੇ ਯੂਕਰੇਨ ਦਾ ਜਿਹੜਾ ਮਸਲਾ ਹੈ ਇੱਕ ਮਾਨਵੀ ਢੰਗ ਨਾਲ, ਕੂਟਨੀਤਿਕ ਢੰਗ ਨਾਲ ਹੱਲ ਕੀਤਾ ਜਾਵੇ, ਜਿਸ ਨੂੰ ਬਹੁਤ ਸਾਰੇ ਲੋਕ ਲੱਗੇ ਹੋਏ ਨੇ ਸੋਲਵ ਕਰਨ ਦੇ ਉੱਪਰ। ਪਰ ਜੇ ਆਪਾਂ ਉਹਦੇ ਅਸਰ 'ਤੇ ਗੱਲ 'ਤੇ ਆਈਏ ਤਾਂ ਉਹਦਾ ਅਸਰ ਸਾਰੇ ਸਮਾਜ 'ਚ ਬਹੁਤ ਮਾੜਾ ਹੀ ਪੈਣਾ ਹੈ, ਕੋਈ ਚੰਗਾ ਨਹੀਂ ਹੋਣਾ। ਅਤੇ ਤਰਸੇਮ ਜੀ, ਜਿਵੇਂ ਆਪਾਂ ਜਾਣਦੇ ਹਾਂ ਕਿ ਬਹੁਤ ਸਾਰਾ ਕੱਚਾ ਕਰੂਡ ਆਇਲ ਅਸੀਂ ਹੋਰ ਕੰਟਰੀ ਤੋਂ ਵੀ ਖਰੀਦਦੇ ਹਾਂ, ਸਾਡੇ ਕੋਲ ਰਸ਼ੀਆ ਤੋਂ ਵੀ ਆਉਂਦਾ ਹੈ, ਸਾਡੇ ਕੋਲ ਹਥਿਆਰ ਰਸ਼ੀਆ ਤੋਂ ਵੀ ਆਉਂਦੇ ਨੇ। ਰਸ਼ੀਆ ਸਾਡਾ ਪੁਰਾਣਾ ਦੋਸਤ ਇੰਡੀਆ ਦਾ ਰਿਹਾ ਹੈਗਾ। ਯੂਕਰੇਨ ਵੀ ਕਦੀ ਇੰਨਾ ਨਹੀਂ ਆਇਆ, ਉਹ ਜਦੋਂ ਰਸ਼ੀਆ ਤੋਂ ਅਲੱਗ ਹੋਇਆ ਤਾਂ ਥੋੜ੍ਹਾ ਜਿਹਾ ਉਹਦਾ ਝੁਕਾਅ ਨਾਟੋ ਕੰਟਰੀਆਂ ਵੱਲ ਹੈਗਾ, ਥੋੜ੍ਹਾ ਜਿਹਾ ਉਹਨਾਂ ਦਾ ਪੱਛਮੀ ਦੇਸ਼ਾਂ ਵੱਲ ਹੈਗਾ, ਅਮਰੀਕਾ ਹੈ, ਇੰਗਲੈਂਡ ਹੈ, ਜਰਮਨ ਹੈ, ਫਰਾਂਸ, ਇਹਨਾਂ ਲੋਕਾਂ ਨੂੰ ਥੋੜ੍ਹੇ ਜਿਹੇ ਇਹਨਾਂ ਵੱਲ ਝੁਕਾਅ ਹੈਗਾ। ਇੱਕ ਪਾਸੇ ਉਹ ਕੰਟਰੀ ਨੇ ਜਿਹੜੇ ਉਹ ਰੂਸ ਨੂੰ ਰੋਕਣਾ ਚਾਹੁੰਦੇ ਨੇ ਕਿ ਉਹ
ਇਨਗ੍ਰੈਸ ਨਾ ਕਰੇ ਜਾਂ ਉਹ ਰੂਸ ਦੇ ਵਿੱਚ ਜਾਂ ਯੂਕਰੇਨ ਦੇ ਵਿੱਚ ਆਪਣਾ ਜ਼ਬਰਦਸਤੀ ਨਾ ਕਰੇ। ਸੋ ਕਹਿਣ ਦਾ ਮਤਲਬ ਹੈ ਕਿ ਹੁਣ ਰਸ਼ੀਆ ਅਤੇ ਯੂਕਰੇਨ ਦੀ ਜਿਹੜੀ ਸਥਿਤੀ ਹੈ ਇੱਕ ਬੜੀ ਵਿਸਫੋਟਕ ਬਣਨੂ ਹੋਈ ਹੈ, ਜਿਸ ਦੇ ਬਾਰੇ ਬੜੀ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ ਤੇ ਇਹਦੇ ਅਸਰ ਤੇ ਆਉਣ ਵਾਲੇ ਸਮੇਂ 'ਚ ਤਰਸੇਮ ਜੀ ਮਾੜੇ ਮਾਰਕੀਟ ਦੀ ਗੱਲ ਕਰੀਏ ਜੇ ਜਿਸ ਤਰ੍ਹਾਂ ਨਾਲ ਮਾਰਕੀਟ ਤੇ ਵੀ ਪ੍ਰਭਾਵ ਪਊਗਾ ਤੇ ਸਮਾਜਿਕ ਲੋਕਾਂ ਤੇ ਵੀ, ਜਿਸ ਤਰ੍ਹਾਂ ਆਪਣੇ ਲੋਕ ਜ਼ਿਆਦਾ ਬੱਚੇ ਪੜ੍ਹਨ ਜਾ ਰਹੇ ਨੇ ਉੱਥੇ ਯੂਕਰੇਨ ਦੇ ਵਿੱਚ, ਇਹਦੇ ਬਾਰੇ ਕੀ ਦੇਖੋ ਸਾਡੇ ਬੱਚੇ ਪਹਿਲਾਂ ਹੀ ਉੱਥੋਂ ਨਿਕਲ ਆਏ ਨੇ ਯੂਕਰੇਨ 'ਚੋਂ ਤੇ ਬੜੀਆਂ ਪ੍ਰੋਬਲਮ ਆ ਰਹੀਆਂ ਨੇ ਉੱਥੋਂ। ਤਾਂ ਇੱਕ ਤਾਂ ਪੜ੍ਹਾਈ ਦੇ ਸਿੱਖਿਆ ਤੋਂ ਇਹ ਜਨਰੇਸ਼ਨ ਵਾਂਝੀ ਹੋ ਜਾਏਗੀ, ਜੇ 2-4 ਸਾਲ ਉਹਨਾਂ ਦਾ ਗੈਪ ਪੈ ਗਿਆ, ਉਹਨਾਂ ਦੇ ਡਿਗਰੀਆਂ ਚਲੀਆਂ ਗਈਆਂ ਜਿਹੜੇ ਉੱਥੋਂ ਯੂਕਰੇਨ ਦੇ ਸਪੈਸੀਫਿਕ ਦੇਖੀਏ। ਤੇ ਉਸ ਤੋਂ ਬਿਨਾਂ ਜਿਹੜੇ ਹੋਰ ਇੱਕ ਲੰਬੇ ਪ੍ਰੋਸੈਸ 'ਚ ਜਿਹੜੇ ਬੱਚਿਆਂ ਨੇ ਜਾਣਾ ਸੀ ਉੱਥੇ, ਆਉਣ ਵਾਲੀ ਜਨਰੇਸ਼ਨ ਨੇ, ਉਹ ਬੰਦ ਹੋ ਜਾਏਗਾ ਸਿਸਟਮ ਸਾਡਾ, ਉਹਦਾ ਇੱਕ ਬੜਾ ਮਾੜਾ ਪਏਗਾ। ਮਾਰਕੀਟ ਦੀ ਤੁਸੀਂ ਗੱਲ ਕਰ ਰਹੇ ਹੋ, ਸਾਡਾ ਸ਼ੇਅਰ ਮਾਰਕੀਟ ਪਹਿਲਾਂ ਹੀ ਡਾਊਨ ਆ ਰਹੀ ਕਈ ਦਿਨਾਂ ਤੋਂ, ਕਿੱਥੇ ਥੱਲੇ ਚਲੀ ਗਈ ਸਾਡੀ ਸ਼ੇਅਰ ਮਾਰਕੀਟ ਵੀ, ਇੱਕ ਇੰਡੀਕੇਟਰ ਹੈ ਉਹ। ਉਸ ਤੋਂ ਬਿਨਾਂ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਜੇ ਸਾਨੂੰ ਫੂਡ ਸਪਲਾਈ ਬੰਦ ਹੁੰਦੀ ਹੈ ਜਾਂ ਕੋਈ ਹੋਰ ਕਰੂਡ ਆਇਲ ਬੰਦ ਹੁੰਦਾ ਹੈ, ਕਿਉਂਕਿ ਅਮਰੀਕਾ, ਇੰਗਲੈਂਡ, ਇਹ ਕੰਟਰੀ ਜਿਹੜੇ ਨੇ ਉਹ ਰੂਸ ਦੇ ਖਿਲਾਫ ਆਰਥਿਕ ਪਾਬੰਦੀਆਂ ਲਾਉਣ ਨੂੰ ਸੋਚਦੇ ਪਏ ਨੇ, ਅਤੇ ਜੇ ਉਹਨਾਂ ਨੇ ਆਰਥਿਕ ਪਾਬੰਦੀਆਂ ਲਾਤੀਆਂ ਅਤੇ ਜਿਹੜਾ ਸਾਨੂੰ ਇੰਪੋਰਟ ਹੁੰਦਾ ਹੈ ਰਸ਼ੀਆ ਤੋਂ ਮਾਲ ਜਾਂ ਯੂਕਰੇਨ ਤੋਂ ਹੁੰਦਾ ਹੈ, ਉਹ ਸਾਡੇ ਕੰਟਰੀ 'ਚ ਨਹੀਂ ਆਏਗਾ ਅਤੇ ਅਸੀਂ ਇੱਕ ਉਹ ਸਥਿਤੀ 'ਚ ਬਣਾਂਗੇ ਜਿੱਥੇ ਸਾਨੂੰ ਮਹਿੰਗੇ ਚੀਜ਼ਾਂ ਖਰੀਦਣੀਆਂ ਪੈਣਗੀਆਂ। ਇੱਕ ਤੁਹਾਨੂੰ ਮੈਂ ਫੈਕਟ ਦੱਸਦਾ ਕਿ ਪਹਿਲਾਂ ਜਿਹੜੇ ਸਟੰਟ ਸਾਡੇ ਪੋਲੀਟੀਕਲ ਪੋਲਿਟਿਕਸ ਚੱਲਦੀ ਪਈ ਸਾਡੇ ਕੰਟਰੀ 'ਚ ਰਾਜਾਂ ਇਲੈਕਸ਼ਨਾਂ ਕਰਕੇ, ਕਿ ਤੇਲ ਤਾਂ ਪਹਿਲਾਂ ਹੀ ਮਹਿੰਗਾ ਹੋਣਾ ਸੀ, ਤੁਸੀਂ ਦੇਖੋਗੇ 7-8 ਤਰੀਕ ਤੋਂ ਬਾਅਦ ਵੈਸੇ ਹੀ, ਅਤੇ ਇੱਕ ਗੌਰਮੈਂਟ ਨੂੰ ਹੋਰ ਬਹਾਨਾ ਮਿਲ ਗਿਆ ਸਰਕਾਰਾਂ ਨੂੰ ਕਿ ਜੀ ਬਾਹਰੋਂ ਤੇਲ ਦੀ ਸਪਲਾਈ ਘੱਟ ਹੋ ਰਹੀ ਹੈ ਅਤੇ ਤੁਸੀਂ ਦੇਖੋਗੇ ਸ਼ਾਇਦ ਵੱਡਾ ਜੰਪ ਆ ਜੇ ਇਹਦੇ 'ਚ। ਆਪਾਂ ਨੂੰ ਜਿਹੜਾ ਪੈਟਰੋਲ ਹੈ ਜਾਂ ਡੀਜ਼ਲ ਹੈ ਇਹ ਇੰਨਾ ਮਹਿੰਗਾ ਹੋ ਜਾਏਗਾ ਸ਼ਾਇਦ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਏ। ਇੱਕ ਅਜ਼ੰਪਸ਼ਨ ਹੈ ਇਹ, ਮੈਂ ਕਹਿੰਦਾ ਰੱਬ ਕਰਕੇ ਨਾ, ਬਟ ਇਹਦਾ ਪ੍ਰਭਾਵ ਪੈ ਸਕਦਾ ਹੈ। ਕਿ ਤੁਹਾਨੂੰ ਯਾਦ ਹੋਏਗਾ 1991 ਦੇ ਵਿੱਚ ਜਦੋਂ ਇਰਾਕ ਦੇ ਉੱਪਰ ਹਮਲਾ ਹੋਇਆ ਸੀ ਆਪਣਾ ਅਮਰੀਕਾ ਵੱਲੋਂ, ਅਤੇ ਉਦੋਂ ਵੀ ਤੇਲ ਮਿਲਣਾ ਬੰਦ ਹੋ ਗਿਆ ਸੀ, ਲੋਕਾਂ ਦੇ ਟਰੱਕ ਬੰਦ ਹੋ ਗਏ, ਲੋਕਾਂ ਦੀ ਟਰਾਂਸਪੋਰਟ ਬੰਦ ਹੋ ਗਈ, ਸਾਡੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ, ਸਾਡਾ ਮਾਰਕੀਟ 'ਚ ਫੂਡ ਮਹਿੰਗਾ ਹੋ ਗਿਆ, ਸਾਨੂੰ ਤੇਲ ਜਿਹੜਾ ਐਡੀਬਲ ਆਇਲ ਉਹ ਮਹਿੰਗਾ ਹੋ ਗਿਆ, ਸਾਰੀ ਮਾਰਕੀਟ ਹਿਲ ਜਾਂਦੀ ਤਰਸੇਮ ਜੀ। ਉਹਦੇ ਨਾਲ ਇਸ ਤਰ੍ਹਾਂ ਹੋ ਜਾਂਦਾ ਕਿ ਇੱਕ ਸ਼ੈਕਲ ਹੋ ਜਾਂਦਾ ਸਾਡਾ ਸਮਾਜ, ਹਰ ਇੱਕ ਚੀਜ਼ ਦਾ ਅਸਰ ਪੈਂਦਾ ਹੈ। ਅਤੇ ਜਿਹੜੇ ਗਰੀਬ ਵਰਗ ਨੇ, ਮੈਂ ਆਪਾਂ ਗੱਲ ਕਰੀਏ ਗਰੀਬਾਂ ਦੇ ਉੱਪਰ ਜ਼ਿਆਦਾ ਅਸਰ ਪਏਗਾ, ਕਿਉਂਕਿ ਅਮੀਰ ਆਦਮੀ ਤਾਂ ਫਿਰ ਵੀ ਉਹ ਚੀਜ਼ ਨੂੰ ਸਹਿ ਲੇਗਾ, ਜਿਹੜਾ ਬੰਦਾ ਦਿਹਾੜੀਦਾਰ ਹੈ, ਕੰਮ ਹੈ, ਮਤਲਬ ਅਨਆਰਗਨਾਈਜ਼ ਸੈਕਟਰ 'ਚ ਕੰਮ ਕਰਦਾ ਹੈ, ਗੈਰ ਸੰਗਠਿਤ ਜਿਹੜੇ ਸੈਕਟਰ 'ਚ ਕੰਮ ਕਰਦੇ ਨੇ, ਸਾਡੇ ਦੇਸ਼ 'ਚ 92% ਜਿਹੜੀ ਲੇਬਰ ਹੈ ਉਹ ਗੈਰ ਸੰਗਠਿਤ ਲੇਬਰ ਮਾਰਕੀਟ 'ਚ ਕੰਮ ਕਰਦੀ ਹੈ, ਉਹਨਾਂ ਦੇ ਉੱਪਰ ਜ਼ਿਆਦਾ ਅਸਰ ਪਏਗਾ। ਜਿਹਨੂੰ ਰੋਟੀ ਆਪਣੀ ਖਾਣ ਨੂੰ ਨਹੀਂ ਮਿਲਣੀ, 400 ਰੁਪਇਆ ਕਮਾਉਂਦਾ ਹੈ, ਦਾਲ ਮਹਿੰਗੀ ਹੋ ਗਈ, ਰੋਟੀ ਮਹਿੰਗੀ ਹੋ ਗਈ, ਸਬਜ਼ੀ ਮਹਿੰਗੀ ਹੋ ਗਈ, ਉਹ ਗੁਜ਼ਾਰਾ ਕਿੱਥੋਂ ਕਰਨਗੇ। ਸੋ ਯੂਕਰੇਨ ਦਾ ਇਕੱਲਾ ਪ੍ਰਭਾਵ ਉੱਥੇ ਨਹੀਂ ਰਹਿਣਾ। ਪਹਿਲੀ ਗੱਲ ਹੈ ਉੱਥੇ ਤੁਸੀਂ ਦੇਖੋਗੇ 2014 ਤੋਂ ਲੈ ਕੇ ਹੁਣ ਤੱਕ 14,000 ਬੰਦੇ ਤਾਂ ਉਹਨਾਂ ਦੇ ਵਿੱਚ ਹੀ ਮਰ ਗਏ, ਉੱਥੇ ਉਹਨਾਂ ਦੇ ਸੈਨਿਕ ਮਰ ਗਏ, ਆਮ ਸਿਵਲੀਅਨ ਮਰ ਗਏ। ਜਦੋਂ ਲੜਾਈ ਲੱਗਦੀ ਹੈ ਅਤੇ ਲੜਾਈ ਵਿੱਚ ਫਿਰ ਸਾਰੇ ਵੱਖ-ਵੱਖ ਲੋਕ ਪਾਰਟ ਲੈਂਦੇ ਨੇ, ਸਾਰੇ ਦੇਸ਼ ਆਉਂਦੇ ਨੇ, ਚਾਈਨਾ ਵੀ ਆ ਜਾਂਦਾ, ਹੋਰ ਪਾਸੇ ਵੀ ਆ ਜਾਂਦੇ ਨੇ। ਜੇ ਸਾਡੀ ਮਾਰਕੀਟ ਦੀ ਗੱਲ ਕਰੀਏ ਤਾਂ ਮਾਰਕੀਟ ਇੱਕ ਵਾਰ ਤਰਸੇਮ ਜੀ ਪੰਜਾਬੀ ਦੇ ਵਰਡ 'ਚ ਕਹਾਂਗੇ ਹਿੱਲ ਸਕਦੀ ਸਾਰੀ, ਉਹਦੇ ਨਾਲ ਮਤਲਬ ਉਥਲ ਪੁਥਲ ਹੋ ਸਕਦੀ ਹੈ। ਉਥਲ ਪੁਥਲ ਨਾਲ ਨੁਕਸਾਨ ਹੀ ਹੋਣੇ ਨੇ, ਕੋਈ ਪੋਜ਼ੀਟਿਵ ਸਾਈਨ ਬਹੁਤ ਘੱਟ ਮਿਲਣਗੇ ਸਾਨੂੰ, ਕਿ ਉਹਦੇ ਨਾਲ ਬਹੁਤਾ ਸਾਡਾ ਨੁਕਸਾਨ ਸਮਾਜ ਦਾ ਹੋਣਾ। ਅਤੇ ਖਾਸ ਕਰਕੇ ਜਿਹੜਾ ਗਰੀਬ ਤਬਕਾ ਹੈ, ਅਤੇ ਤੁਸੀਂ ਪੜ੍ਹਾਈ ਦੀ ਗੱਲ ਕੀਤੀ ਹੈ, ਪੜ੍ਹਾਈ ਵਾਲੇ ਬੱਚੇ ਹੋਰ ਸਫ਼ਰ ਕਰਨਗੇ, ਉਹ ਪਹਿਲਾਂ ਹੀ ਕਰ ਰਹੇ ਨੇ, ਖਾਸ ਕਰਕੇ ਯੂਕਰੇਨ ਅਤੇ ਨਾਲ ਲੱਗਦੇ ਇਲਾਕੇ ਰਸ਼ੀਆ ਦੇ। ਅਤੇ ਕਈਆਂ ਲੋਕਾਂ ਨੇ ਤਾਂ ਆਪਣੇ ਬੁਲਾਣੇ ਸ਼ੁਰੂ ਕਰਤੇ ਉੱਥੋਂ ਬਾਹਰ, ਕਈਆਂ ਨੇ ਐਮਬੈਸੀ ਦੇ ਬੰਦੇ ਆਪਣੇ ਬਾਹਰ ਕੱਢ ਲਏ ਉੱਥੋਂ, ਕਈਆਂ ਨੇ ਉੱਥੋਂ ਹੋਰ ਚੀਜ਼ਾਂ ਬਾਹਰ ਕੱਢ ਲਈਆਂ ਕਿ ਕੋਈ ਪਤਾ ਨਹੀਂ ਕਿਸ ਟਾਈਮ ਜੰਗ ਲੱਗ ਜਾਵੇ। ਕਿਉਂਕਿ ਇਸ ਚੀਜ਼ ਦੇ ਸੰਕੇਤ ਆ ਰਹੇ ਨੇ ਕਿ ਰਸ਼ੀਆ ਇਜ਼ ਪ੍ਰਪੇਅਰਡ, ਫੁੱਲੀ ਪ੍ਰਪੇਅਰ ਹੈ ਕਿ ਸ਼ਾਇਦ ਉਹ ਅਟੈਕ ਵੀ ਕਰ ਸਕਦਾ ਹੈ। ਈਵਨ ਕਿ ਇਹ ਵੀ ਮੰਨ ਸਕਦੇ ਹਾਂ ਵੀ ਇੱਕ ਬੜਾ ਭਾਈ ਛੋਟੇ ਭਾਈ ਤੋਂ ਜਿਹੜਾ ਹੈਗਾ ਯੂਕਰੇਨ ਨੂੰ ਆਪਣਾ ਹਥਿਆਉਣਾ ਚਾਹੁੰਦਾ, ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ। ਹਾਂ ਤਰਸੇਮ ਜੀ, ਇਹ ਤੁਸੀਂ ਬੜਾ ਬੇਸਿਕ ਕੁਐਸਚਨ ਸ਼ੁਰੂ ਕੀਤਾ। ਬੇਸਿਕ ਇਸ਼ੂ ਇਹ ਹੈ ਕਿ ਜਦੋਂ ਕੋਈ ਇੱਦਾਂ ਦਾ ਕੋਈ ਦੁਬਿਧਾ ਹੁੰਦੀ ਹੈ ਤਾਂ ਉਹ ਸਾਰਾ ਮਨੋਵਿਗਿਆਨਕ ਜਿਹੜਾ ਪ੍ਰਭਾਵ ਹੈ ਸਾਰੇ ਸਮਾਜਾਂ 'ਚ ਜਾਂਦਾ ਹੈ। ਕਿ ਜਿਹੜਾ ਤਕੜਾ ਬੰਦਾ ਹੈ, ਭਾਵੇਂ ਉਹ ਕੋਈ ਤਕੜਾ ਆਪਾਂ ਨਾਂ ਨਹੀਂ ਲੈਂਦੇ ਕਿਸੇ ਦੇਸ਼ ਦਾ, ਉਹ ਦੂਜੇ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ। ਇੱਕ ਮਨੋਵਿਗਿਆਨਕ ਪ੍ਰਭਾਵ ਹੈ, ਜੇ ਉਹਨਾਂ ਨੇ ਕੁਛ ਨਹੀਂ ਕੀਤਾ ਤਾਂ ਇਹ ਅਸੀਂ ਕੀ ਕਰ ਲਾਂਗੇ। ਹੋਰ ਦੇਸ਼ ਜਿਹੜੇ ਤਕੜੇ ਨੇ ਉਹ ਆਪਣੇ ਨਾਲ ਦੇ ਦੇਸ਼ਾਂ ਨੂੰ ਕੁਛ ਮਤਲਬ ਇਨਗ੍ਰੈਸ ਕਰਨ ਦੀ ਜਾਂ ਉਹਨਾਂ ਨੂੰ ਕਾਬੂ ਕਰਨ ਦੀ ਜਾਂ ਦਬਾਉਣ ਦੀ ਕੋਸ਼ਿਸ਼ ਕਰ ਸਕਦੇ ਨੇ। ਡੋਮੀਨੈਂਸ ਆਫ ਦਾ ਸੁਪਰ ਪਾਵਰ ਇਹ ਵੱਧ ਸਕਦੀ ਹੈ ਇਹਨਾਂ ਦੇ ਨਾਲ, ਕਿ ਇਹ ਚੀਜ਼ ਬੜੀ ਖਤਰਨਾਕ ਪ੍ਰਭਾਵ ਜਾਣਗੇ ਸਾਡੇ ਸਮਾਜਾਂ ਦੇ ਵਿੱਚ। ਕਿ ਜਿਹੜਾ ਜੇ ਰਸ਼ੀਆ ਹੈ ਅਤੇ ਉਹ ਵੱਡਾ ਹੈ ਅਤੇ ਉਹ ਛੋਟਾ ਭਰਾ ਯੂਕਰੇਨ ਕੋਲ ਹੈ,
ਗੱਲ ਤਾਂ ਇਹ ਹੈ ਵੀ ਉਹ ਸਮਝੌਤੇ ਨਾਲ ਗੱਲ ਕਰ ਲੈਣ ਵੀ ਤੁਸੀਂ ਇਲਾਕਾ ਸਾਡਾ ਲਿਆ ਤੇ ਅਸੀਂ ਬਹਿ ਕੇ ਗੱਲ ਕਰ ਲਈਏ, ਕੂਟਨੀਤਿਕ ਢੰਗ ਨਾਲ ਵੀ ਗੱਲ ਹੋ ਸਕਦੀ ਹੈ। ਤੇ ਜੇ ਅਸੀਂ ਬਾਈ ਫੋਰਸ ਹੀ ਬਣਾਉਣਾ ਹੈ ਤੇ ਉਹਦਾ ਪ੍ਰਭਾਵ ਬੜਾ ਦੂਰਗਾਮੀ ਜਾਂ ਦੇਰ ਪਾ ਪ੍ਰਭਾਵ ਨਿਕਲੇਗਾ ਤਰਸੇਮ ਜੀ, ਕਿਉਂਕਿ ਉਹ ਡੋਮੀਨੈਂਸ ਦਾ ਜਿਹੜਾ ਕਨਸੈਪਟ ਹੈ ਨਾ ਜੀ, ਉਹ ਇੱਕ ਉੱਭਰ ਕੇ ਆਏਗਾ। ਹੋਰ ਦੇਸ਼ਾਂ 'ਚ ਵੀ ਗਲਤ ਭਾਵਨਾ ਜਾਣਗੀਆਂ ਕਿ ਯਾਰ ਜੇ ਉਹਨਾਂ ਦਾ ਕੁਝ ਨਹੀਂ ਹੋਇਆ ਅਸੀਂ ਵੀ ਕਰ ਸਕਦੇ ਹਾਂ ਇਹ। ਸੋ ਇਸ ਕਰਕੇ ਵਰਲਡ ਵਾਰ ਲੱਗਣ ਦਾ ਵੀ ਖਤਰੇ ਬਣੇ ਹੋਏ ਨੇ ਜੇਕਰ ਇਸ ਤਰ੍ਹਾਂ ਹੁੰਦਾ। ਰੂਸ ਯੂਕਰੇਨ ਤੇ ਹਮਲਾ ਕਰਦਾ, ਉਸ ਤੋਂ ਅਮਰੀਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦਾ, ਕੋਈ ਨਾ ਕੋਈ ਇਸ ਤਰ੍ਹਾਂ ਦੀ ਵਰਲਡ ਵਾਰ ਵੀ ਹੋਵੇ। ਵਰਲਡ ਵਾਰ ਦੀ ਪੋਸੀਬਿਲਿਟੀ ਤੋਂ ਆਪਾਂ ਗੁਰੇਜ਼ ਜਾਂ ਨਹੀਂ ਆਪਾਂ ਇਹ ਕਹਿ ਸਕਦੇ ਕਿ ਨਹੀਂ ਲੱਗ ਸਕਦੀ, ਹੋ ਪੋਸੀਬਿਲਿਟੀ ਵੀ ਹੋ ਸਕਦੀ ਹੈ। ਕਿਉਂਕਿ ਅੱਜ ਕੱਲ੍ਹ ਕੁਝ ਲੋਕ ਜਿਹੜੇ ਬਲੌਕਸ ਬਣੇ ਹੋਏ ਨੇ, ਜਿਵੇਂ ਅਮਰੀਕਾ ਦੇ ਜਿਹੜੇ ਸਮਰਥਕ ਨੇ, ਉਹ ਤਾਂ ਹਮੇਸ਼ਾ ਹੀ ਉਹਦੇ ਨਾਲ ਰਹਿੰਦੇ ਨੇ, ਭਾਵੇਂ ਉਹ ਘਾਟਾ ਖਾਣ ਜਾਂ ਵਾਧਾ ਖਾਣ। ਜਿਹੜੇ ਉਹਨਾਂ ਦੇ ਕਮਿਟਡ ਦੋਸਤ ਨੇ ਉਹ ਉੱਧਰ ਰਹਿੰਦੇ ਨੇ। ਰਸ਼ੀਆ ਜਿਹੜਾ ਬਲੌਕ ਹੈ, ਇੱਥੇ ਵੀ ਇਹਨਾਂ ਦੇ ਹੈਗੇ ਨੇ ਖਾਸ ਮਿੱਤਰ ਜਿਹੜੇ ਰਸ਼ੀਆ ਦੀ ਸਪੋਰਟ ਕਰਦੇ ਨੇ। ਤੇ ਇਟ ਕੈਨ ਟਰਨ ਇਨਟੂ ਅ ਵਰਲਡ ਵਾਰ, ਹੋ ਸਕਦਾ ਹੈ ਪੋਸੀਬਿਲਿਟੀ, ਮਤਲਬ ਕੁਝ ਵੀ ਇੰਪਲੀਕੇਸ਼ਨ ਹੋ ਸਕਦੀਆਂ ਨੇ। ਵਾਰ ਦੀਆਂ ਇੰਪਲੀਕੇਸ਼ਨ ਕਦੀ ਵੀ ਚੰਗੀਆਂ ਨਹੀਂ ਹੁੰਦੀਆਂ, ਉਹ ਆਪਣੇ ਚੀਜ਼ ਨੂੰ ਵੱਡੇ ਕਲਾਵੇ 'ਚ ਲੈ ਸਕਦੀਆਂ ਨੇ। ਜਦੋਂ ਪਹਿਲਾਂ ਵੀ ਹੋਈਆਂ ਨੇ ਉਦੋਂ ਵੀ ਸਾਰੇ ਦੇਸ਼ਾਂ ਨੇ ਵਿੱਚ ਬਹੁਤ ਸਫ਼ਰ ਕੀਤਾ, ਭਾਵੇਂ ਸੈਕੰਡ ਵਰਲਡ ਵਾਰ ਹੋਇਆ ਜਾਂ ਫਸਟ ਵਰਲਡ ਵਾਰ ਹੋਈ ਜਾਂ ਉਸ ਤੋਂ ਬਾਅਦ ਦੀਆਂ ਵਾਰਜ਼ ਹੋਈਆਂ ਨੇ। ਅਤੇ ਜਿਹੜੇ ਦੂਜੇ ਕੰਟਰੀ ਨੇ ਉਹ ਅਣਛੂਹੇ ਨਹੀਂ ਰਹਿ ਸਕਦੇ, ਉਹ ਵੀ ਇੱਕ ਤਰ੍ਹਾਂ ਦਾ ਪਾਰਟ ਜਾਂ ਉਹਨਾਂ ਨੂੰ ਫੋਰਸ ਕਰਦੇ ਨੇ ਕਿ ਭਾਈ ਸਾਡੀ ਹੈਲਪ ਕਰੋ। ਅਗਲੀਆਂ ਉਹਨਾਂ ਦੀ ਆਰਮੀ ਮੰਗਦੇ ਨੇ, ਹੋ ਸਕਦਾ ਆਰਮੀ ਇੰਡੀਆ ਦੀ ਮੰਗੀ ਜਾਵੇ, ਕੋਈ ਉਹਨਾਂ ਵੱਲੋਂ ਜਾਂ ਉਹਨਾਂ ਵੱਲੋਂ ਸਾਨੂੰ ਪਾਰਟ ਕਰਨਾ ਪੈ ਜਾਏ ਮਜਬੂਰੀ ਦੇ ਵਿੱਚ, ਅਤੇ ਅਸੀਂ ਕਿਸੇ ਪਾਸੇ ਉਹਨਾਂ ਦਾ ਫਿਰ ਕਿਸੇ ਪਾਸੇ ਸਪੋਰਟ ਕਰੀਏ ਅਤੇ ਦੂਜੇ ਬੰਦੇ ਸਾਨੂੰ ਕਹਿਣ ਵੀ ਤੁਸੀਂ ਕਿਉਂ ਕਰ ਰਹੇ ਹੋ। ਸੋ ਇਹ ਚੀਜ਼ ਹੈ, ਵਰਲਡ ਵਾਰ ਵੀ ਮਤਲਬ ਬਣ ਸਕਦੀ ਹੈ। ਕਿਉਂਕਿ ਜਦੋਂ ਨੁਕਸਾਨ ਹੁੰਦਾ, ਫੌਜਾਂ ਦਾ ਨੁਕਸਾਨ ਹੁੰਦਾ ਤਾਂ ਫੌਜੀ ਕੈਜੁਅਲਟੀ ਹੁੰਦੀ ਹੈ, ਤਾਂ ਦੂਜੇ ਦੇਸ਼ਾਂ ਵਾਲੇ ਬੰਦੇ ਆ ਕੇ ਉੱਥੇ ਉਹਨਾਂ ਦੀ ਪੂਰਤੀ ਕਰਦੇ ਨੇ ਜਾਂ ਹਥਿਆਰ ਦਿੰਦੇ ਨੇ ਜਾਂ ਹਥਿਆਰ ਸਪਲਾਈ ਕਰਦੇ ਨੇ। ਸੋ ਇਹ ਕਲਾਵੇ 'ਚ ਲੈ ਸਕਦਾ ਹੈ ਇਹ ਜਿਹੜਾ ਇਹ ਯੂਕਰੇਨ ਅਤੇ ਰਸ਼ੀਆ ਦਾ ਜਿਹੜਾ ਜਿਹੜੀ ਲੜਾਈ ਦਾ ਬਣ ਰਿਹਾ ਹੈ, ਜਿਹੜੀ ਇਹ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਕੁਝ ਦਿਨਾਂ ਤੋਂ ਜ਼ਿਆਦਾ, ਇਹ ਇੱਕ ਕੋਈ ਚੰਗਾ ਸਾਈਨ ਨਹੀਂ ਹੈਗਾ। ਇਸ ਨੂੰ ਮਤਲਬ ਚਾਹੀਦਾ ਹੈ ਕਿ ਇਸ ਨੂੰ ਕੂਟਨੀਤਿਕ ਨਾਲ ਡਿਪਲੋਮੈਸੀ ਨਾਲ ਹੀ ਸੋਲਵ ਕੀਤਾ ਜਾਵੇ, ਇਸ ਸਿਚੁਏਸ਼ਨ ਨੂੰ ਡਿਫਿਊਜ਼ ਕੀਤਾ ਜਾਵੇ। ਵਾਰ ਕੀ ਹੈ ਜੀ, ਕੌਨਫਲਿਕਟ ਦਾ ਕੌਨਸੈਪਟ ਤਰਸੇਮ ਜੀ, ਭਾਵੇਂ ਘਰ ਹੈ, ਛੋਟਾ ਸਮਾਜ ਹੈ, ਮੁਹੱਲਾ ਹੈ, ਇੱਕ ਸਾਡਾ ਆਪਣਾ ਦੇਸ਼ ਹੈ, ਆਪਣਾ ਸਮਾਜ ਹੈ, ਹਮੇਸ਼ਾ ਹੀ ਨੁਕਸਾਨਦਾਇਕ ਹੁੰਦਾ ਹੈ। ਕਦੀ ਵੀ, ਜਿਵੇਂ ਸਾਡੇ ਰਿਸ਼ੀ ਮੁਨੀ ਕਹਿੰਦੇ ਸੀ, ਕ੍ਰੋਧ ਕਦੀ ਵੀ ਚੰਗਾ ਨਹੀਂ ਹੁੰਦਾ। ਸਾਡੇ ਤੇ ਇੰਡੀਆ ਦੇ ਵਿੱਚ ਧਰਮ ਭਰਿਆ ਹੋਇਆ, ਮਿਥਿਹਾਸ ਭਰਿਆ ਹੋਇਆ ਕਿ ਜਿੱਥੇ ਕਹਿੰਦੇ ਸੀ ਕਿ ਕ੍ਰੋਧ ਵਾਲੀ ਸਥਿਤੀ ਕਦੀ ਵੀ, ਤੁਸੀਂ ਮਹਾਂਭਾਰਤ ਦੇਖੀ ਹੋਣੀ ਹੈ ਜਿੱਥੇ ਉਹਨਾਂ ਨੂੰ ਐਡਵਾਈਸ ਕਰਦੇ ਨੇ ਵੱਡੇ ਵੱਡੇ ਬੰਦੇ ਕਿ ਤੁਸੀਂ ਇਸ ਚੀਜ਼ ਤੋਂ ਮੁੜ ਜਾਓ, ਪਰ ਨਹੀਂ ਮੁੜਦੇ। ਜਦੋਂ ਮੁੜਦੇ ਨੇ ਫਿਰ ਸਾਰਾ ਨੁਕਸਾਨ ਹੀ ਕਰਾ ਕੇ ਰਹਿੰਦੇ ਨੇ। ਅਤੇ ਸੇਮ ਚੀਜ਼ ਸੇਮ ਕੌਨਸੈਪਟ ਹੁਣ ਵੀ ਇਹ ਲਾਗੂ ਹੁੰਦਾ ਕਿ ਭਾਈ ਜੇ ਤੁਸੀਂ ਉਹ ਨਹੀਂ ਸੱਭਿਅਕ ਢੰਗ ਨਾਲ ਹੁੰਦੇ ਤਾਂ ਫਿਰ ਤੁਸੀਂ ਆਫਟਰ ਆਲ ਤੇ ਟੇਬਲ 'ਤੇ ਬਹਿ ਕੇ ਗੱਲ ਮੁੱਕਣੀ ਹੈ ਜੀ। ਇਤਿਹਾਸ ਦਿਖਾਉਂਦਾ ਸਾਡੇ ਸਾਰੇ ਸੱਭਿਆਚਾਰ ਦਾ, ਸਾਡੇ ਸਿਵਿਲਾਈਜੇਸ਼ਨ ਦਾ ਇਤਿਹਾਸ ਦਿਖਾ ਰਿਹਾ ਹੈ। ਜਿੰਨੀਆਂ ਮਰਜ਼ੀ ਲੰਬੀਆਂ ਲੜਾਈਆਂ ਕਿਸੇ 20 ਸਾਲ ਚੱਲੀ, ਕਿਤੇ 4 ਸਾਲ ਚੱਲੀ, ਕਿਤੇ 5 ਸਾਲ ਚੱਲੀ, ਅਲਟੀਮੇਟਲੀ ਐਵਰੀ ਕੰਟਰੀ ਹੈਡ ਟੂ ਕਮ ਔਨ ਦਾ ਟੇਬਲ। ਭਾਵੇਂ ਸਾਡਾ ਰਹੀ ਪਾਕਿਸਤਾਨ ਅਤੇ ਇੰਡੀਆ ਦਾ ਲੱਗੀ ਸੀ ਵਾਰ, ਤਾਂ ਵੀ ਟੇਬਲ 'ਤੇ ਬਹਿ ਕੇ ਗੱਲ ਮੁੱਕੀ ਜੀ। ਜਾਂ ਪੁਰਾਣੀਆਂ ਸੈਕੰਡ ਵਰਲਡ ਵਾਰ ਹੋਈਆਂ ਸੀ, ਫਸਟ ਵਰਲਡ, ਐਂਡ ਨੂੰ ਤਾਂ ਟੇਬਲ 'ਤੇ ਬਹਿ ਕੇ ਗੱਲ ਹੋਣੀ ਹੈ ਜੀ। ਅਤੇ ਜੇ ਬੈਟਰ ਹੈ ਕਿ ਅਸੀਂ ਕਿਉਂ ਇੰਨੇ ਹਥਿਆਰ, ਇਹਦੇ ਨਾਲ ਇੱਕ ਅਸਰ ਹੋਰ ਪੈ ਗਿਆ ਕਿ ਹਥਿਆਰਾਂ ਦੀ ਦੌੜ ਬਹੁਤ ਵੱਧ ਜਾਏਗੀ ਜੀ, ਹਥਿਆਰਾਂ ਦੀ ਪ੍ਰੋਡਕਸ਼ਨ ਬਹੁਤ ਵੱਧ ਜਾਏਗੀ। ਅਤੇ ਜਿਹੜਾ ਪੈਸਾ, ਜਿਹੜੀ ਇਕੋਨਮੀ, ਜਿਹੜੀ ਪ੍ਰੋਡਕਟਿਵ ਕੰਮਾਂ 'ਚ ਲੱਗਣੇ ਸੀ ਪੈਸੇ, ਕਿਸੇ ਚੰਗੇ ਕੰਮ ਨੂੰ, ਅਨਾਜ ਨੂੰ, ਹੈਲਥ 'ਤੇ, ਸੇਵਾ 'ਤੇ ਜਾਂ ਆਪਣੀ ਸਿੱਖਿਆ ਦੇ ਉੱਪਰ, ਉਹ ਜਿਹੜਾ ਮਨੀ ਹੈ ਉਹ ਹਥਿਆਰਾਂ 'ਚ ਖਰਚ ਹੀ ਹੋਣੀ ਸ਼ੁਰੂ ਹੋ ਜਾਏਗੀ। ਅਤੇ ਆਪਾਂ ਇਮੈਜਿਨ ਕਰ ਸਕਦੇ ਹਾਂ ਕਿ ਜਦੋਂ ਹਥਿਆਰ ਹੀ ਚਲਾਉਣ ਲੱਗ ਗਏ ਸੀ ਗੋਲੀਆਂ, ਅਤੇ ਅਸੀਂ ਆਪਣੇ ਬੱਚੇ ਦੀ ਪੜ੍ਹਾਈ ਕੀ ਸੋਚਾਂਗੇ। ਸਾਈਕੋਲੋਜੀਕਲੀ ਇੱਕ ਐਸਾ ਪ੍ਰਭਾਵ ਬਣ ਜਾਏਗਾ ਕਿ ਜਿਹਦੇ ਨਾਲ ਆਪਾਂ ਜਿਵੇਂ ਗੱਲਾਂ ਕੀਤੀਆਂ ਕਿ ਡੋਮੀਨੈਂਸ ਦਾ ਕਲਚਰ, ਇੱਕ ਫੀਅਰ ਦਾ ਕਲਚਰ, ਇੱਕ ਅਨਸਰਟਨਟੀ ਆਫ ਦਾ ਫਿਊਚਰ, ਕਿ ਅਨਸਰਟਨਟੀ ਬਣ ਜਾਏਗੀ, ਪਤਾ ਨਹੀਂ ਕੀ ਬਣਨਾ ਹੈ। ਜੇ ਸਾਨੂੰ ਟਰਾਂਸਪੋਰਟ ਲਈ ਤੇਲ ਹੀ ਨਹੀਂ ਅੱਛਾ ਮਿਲੇਗਾ, ਇੰਨਾ ਮਹਿੰਗਾ ਹੋ ਜਾਏਗਾ, ਤਾਂ ਟਰਾਂਸਪੋਰਟ ਮਹਿਕਮਾ, ਇੰਨੀ ਸਾਡੀ ਪਾਪੂਲੇਸ਼ਨ ਜਿਹੜੀ ਇਨਵੋਲਡ ਹੈ ਉਹ ਖਤਮ ਹੋ ਸਕਦੀ ਹੈ, ਮਤਲਬ ਘਾਟੇ ਜਾ ਸਕਦੀ ਹੈ। ਉਹ ਪਹਿਲਾਂ ਹੀ ਡਾਊਨ ਨੇ ਸਾਡੀ ਇਕੋਨਮੀ। ਪਿਛਲੇ ਕੁਝ ਸਾਲਾਂ 'ਚ ਤੁਹਾਨੂੰ ਯਾਦ ਹੋਏਗਾ ਕਿ ਸਾਡੀ ਇਕੋਨਮੀ ਪਿੱਛੇ ਬਹੁਤ ਕੋਵਿਡ ਕਰਕੇ ਵੀ ਗਈ ਹੈ। ਸੋ ਇਸ ਕਰਕੇ ਤਰਸੇਮ ਜੀ ਜਿਹੜੀਆਂ ਇਹਦੀਆਂ ਇੰਪਲੀਕੇਸ਼ਨ ਨੇ, ਜਿਹੜੇ ਨਤੀਜੇ ਨੇ ਇਹਦੇ, ਇਹ ਕੋਈ ਸਕਾਰਾਤਮਕ ਜਾਂ ਪੰਜਾਬੀ 'ਚ ਕਹਿ ਲਓ ਪੋਜ਼ੀਟਿਵ ਨਹੀਂ, ਇੰਗਲਿਸ਼ ਕਹਿ ਲਓ ਪੋਜ਼ੀਟਿਵ ਨਹੀਂ ਹੋਣਗੇ, ਇਹ ਨੈਗੇਟਿਵ ਹੀ ਜਾਣਗੇ। ਸਮਾਜ ਨੂੰ ਬੁਰੀ ਤਰ੍ਹਾਂ ਸਫਰ ਕਰਨਾ ਪਏਗਾ। ਕੋਈ ਵੀ ਸਮਾਜ ਛੂਤਾ ਨਹੀਂ ਰਹਿ ਸਕਦਾ, ਭਾਵੇਂ ਅਫਰੀਕਨ ਕੰਟਰੀ ਨੇ, ਕਿਉਂਕਿ ਸਾਰੇ ਕਨੈਕਟਡ ਹਾਂ ਅਸੀਂ ਸਾਰੇ। ਅੱਜ ਕੱਲ੍ਹ ਇਹ ਹੋ ਗਿਆ ਕਿ ਸਾਡੀਆਂ ਜਿਹੜੀਆਂ ਕੰਪਨੀਆਂ ਨੇ,
ਸਾਡੀਆਂ ਕੰਪਨੀਆਂ ਰਸ਼ੀਆ 'ਚ ਕੰਮ ਕਰਦੀਆਂ, ਰਸ਼ੀਆ ਦੀ ਕੰਪਨੀਆਂ ਇੰਡੀਆ 'ਚ ਕੰਮ ਕਰਦੀਆਂ ਨੇ, ਅਫਰੀਕਨ ਕੰਟਰੀਆਂ ਇੱਧਰ ਕੰਮ ਕਰਦੀਆਂ ਨੇ, ਇੰਗਲੈਂਡ ਦੇ ਬੰਦੇ ਇੱਥੇ ਕੰਮ ਕਰਦੇ ਨੇ, ਅਸੀਂ ਉੱਧਰ ਕੰਮ ਕਰਦੇ ਹਾਂ। ਸੋ ਵੀ ਆਰ ਵੈਲ ਕਨੈਕਟਡ, ਇੰਨੇ ਕਨੈਕਸ਼ਨ ਹੋ ਗਏ ਨੇ, ਅਤੇ ਜਿਸ ਕਰਕੇ ਸਾਡੀ ਉਹ ਜਿਹੜੀ ਚੀਜ਼ਾਂ ਨੇ ਉਸ 'ਤੇ ਅਸਰ ਪੈਣਾ ਹੀ ਪੈਣਾ, ਇਕੋਨਮੀ 'ਤੇ ਅੰਪਲਾਇਮੈਂਟ 'ਤੇ ਅਸਰ ਪੈਣਾ ਕਿ ਅੰਪਲਾਇਮੈਂਟ ਪਹਿਲੇ ਸਾਡੇ ਦੇਸ਼ 'ਚ ਬਹੁਤ ਹਾਈ, ਅਨਇੰਪਲਾਇਮੈਂਟ ਹਾਈ ਹੈ, ਅਤੇ ਇਹ ਹੋਰ ਵਧੇਗੀ, ਬੇਰੁਜ਼ਗਾਰੀ ਹੋਰ ਵੱਧ ਸਕਦੀ ਹੈ, ਗਰੀਬੀ ਹੋਰ ਵੱਧ ਸਕਦੀ ਹੈ, ਕੌਨਫਲਿਕਟ, ਥੈਫਟ, ਚੋਰੀਆਂ ਹੋਰ ਸਮਾਜਾਂ 'ਚ ਵੱਧ ਸਕਦੀਆਂ ਨੇ, ਕਿਉਂਕਿ ਜਦੋਂ ਕੋਈ ਰੋਟੀ ਖਾਣ ਨੂੰ ਨਹੀਂ ਮਿਲਣੀ ਤੇ ਇਸ ਤਰ੍ਹਾਂ ਦੇ ਕੰਮ ਫਿਰ ਆਉਣੇ ਆਣੇ ਨੇ। ਬਿਲਕੁਲ, ਸਾਡੇ ਨਾਲ ਅਸੀਂ ਪ੍ਰੋਫੈਸਰ ਸੁਖਦੇਵ ਸਿੰਘ ਜਿਹੜੇ ਕਿ ਸਮਾਜ ਵਿਗਿਆਨ ਦੇ ਵਿਗਿਆਨਿਕ ਪ੍ਰੋਫੈਸਰ ਨੇ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਦੱਸਿਆ ਆਉਣ ਵਾਲੇ ਜਿਸ ਤਰ੍ਹਾਂ ਨਾਲ ਯੂਕਰੇਨ ਅਤੇ ਰੂਸ ਦੇ ਵਿੱਚ ਤਣਾਅ ਜਿਹੜਾ ਵਧਿਆ ਹੋਇਆ ਉਸ ਦੇ ਅਸਰ ਇਕੱਲੇ ਉਹਨਾਂ ਨਾਲ ਲੱਗਦੇ ਵਿਦੇਸ਼ਾਂ ਦੇ ਜਿਹੜੇ ਦੇਸ਼ ਨੇ ਉੱਥੇ ਨਹੀਂ, ਭਾਰਤ ਦੇਸ਼ ਦੇ ਵਿੱਚ, ਪੰਜਾਬ ਵਿੱਚ, ਪੂਰੇ ਸਮਾਜ ਦੇ ਵਿੱਚ ਇਹਦੇ ਅਸਰ ਦੇਖਣ ਨੂੰ ਮਿਲ ਸਕਦੇ ਨੇ। ਜੇਕਰ ਕਿਤੇ ਉੱਥੇ ਇਹ ਜੰਗ ਛਿੜ ਜਾਂਦੀ ਹੈ ਤਾਂ ਇਹਦੇ ਅਸਰ ਦੇਖਣ ਨੂੰ ਮਿਲਣਗੇ। ਜਿਹੜਾ ਡੀਜ਼ਲ ਪੈਟਰੋਲ ਦੀ ਰੇਟ ਦੀ ਗੱਲ ਕਰੀਏ ਜਾਂ ਹੋਰ ਮਹਿੰਗਾਈ ਦੀ ਗੱਲ ਕਰੀਏ, ਹਰ ਤਰ੍ਹਾਂ ਦਾ ਜਿਹੜਾ ਅਸਰ ਹੈ ਇਸ ਯੁੱਧ ਦਾ ਦੇਖਣ ਨੂੰ ਮਿਲ ਸਕਦਾ। ਸੋ ਸਾਡੇ ਬੱਚਿਆਂ ਦੀ ਪੜ੍ਹਾਈ 'ਤੇ ਜਿਹੜੇ ਯੂਕਰੇਨ ਗਏ ਸੀ ਉਹਨਾਂ 'ਤੇ ਤਾਂ ਅਸਰ ਦੇਖਣ ਨੂੰ ਮਿਲ ਹੀ ਰਿਹਾ। ਇਸ ਤੋਂ ਇਲਾਵਾ ਜੇਕਰ ਹੋਰ ਜ਼ਿਆਦਾ ਕਿਤੇ ਤਣਾਅ ਵੱਧਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਸਾਨੂੰ ਇਸ ਦਾ ਅਸਰ ਦੇਖਣ ਨੂੰ ਮਿਲੇਗਾ, ਚਾਹੇ ਉਹ ਪੈਟਰੋਲ ਡੀਜ਼ਲ ਦੇ ਰੇਟ ਨੇ, ਚਾਹੇ ਰੋਜ਼ਮਰਾ ਦੇ ਵਿੱਚ ਖਾਣ ਪੀਣ ਦਾ ਜਿਹੜਾ ਸਮਾਨ ਵਰਤਦੇ ਆ ਉਹਦੇ ਰੇਟ ਨੇ। ਅਤੇ ਜੰਗ ਜਦੋਂ ਵੀ ਤੇ ਜੰਗ ਦਾ ਨਾਂ ਆਉਂਦਾ ਉਹ ਕਿਤੇ ਨਾ ਕਿਤੇ ਦੇਸ਼ ਲਈ, ਸਮਾਜ ਲਈ ਅਤੇ ਆਮ ਲੋਕਾਂ ਲਈ ਖਤਰਨਾਕ ਸਿੱਧ ਹੁੰਦੀ ਆ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾਜ।